ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸਿੱਧੀ ਗੱਲ ਪ੍ਰੋਫੈਸਰ ਮਨਜੀਤ ਸਿੰਘ ਜੀ ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਰਮਨ ਬਾਜਵਾ। ਦਰਸ਼ਕੋ, ਤੁਸੀਂ ਹਰ ਰੋਜ਼ ਦੇ ਪ੍ਰੋਗਰਾਮ ਦੇਖਦੇ ਹੋ ਜਿਸ ਦੇ ਵਿੱਚ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਦੇਸ਼ ਦੁਨੀਆ ਵਿੱਚ ਜੋ ਵਾਪਰ ਰਿਹਾ ਹੈ ਉਸ ਖਬਰ ਦੇ ਪਿੱਛੇ ਅਸਲ ਤੱਥ ਤੇ ਭਰਪੂਰ ਜਾਣਕਾਰੀ ਕੀ ਹੈ। ਤੇ ਇਹਨਾਂ ਖਬਰਾਂ ਤੇ ਵਿਸਥਾਰਤ ਜਾਣਕਾਰੀ ਲਈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਜੀ ਜੁੜ ਚੁੱਕੇ ਨੇ ਤੇ ਪ੍ਰੋਗਰਾਮ ਦੀ ਸ਼ੁਰੂਆਤ ਤੋਂ ਪਹਿਲਾਂ ਉਹਨਾਂ ਦਾ ਨਿੱਘਾ ਸਵਾਗਤ ਕਰ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਪ੍ਰੋਫੈਸਰ ਸਾਹਿਬ, ਬਹੁਤ ਬਹੁਤ ਸਵਾਗਤ ਹੈ। बहुत बहुत धन्यवाद रोमन जी। ਪ੍ਰੋਫੈਸਰ ਸਾਹਿਬ, ਖਬਰਾਂ ਦੀ ਸ਼ੁਰੂਆਤ ਕਰੀਏ ਤਾਂ ਕਿਸਾਨ ਅੰਦੋਲਨ ਤੋਂ ਕਿਸਾਨਾਂ ਵੱਲੋਂ ਲਗਾਤਾਰ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ ਤੇ ਅੱਜ ਕੇਂਦਰ ਨਾਲ ਦੁਬਾਰਾ ਗੱਲਬਾਤ ਹੋਣ ਜਾ ਰਹੀ ਹੈ। ਪਹਿਲਾਂ 1 ਤਰੀਕ ਦੀ ਮੀਟਿੰਗ, 3 ਦੀ ਮੀਟਿੰਗ ਤੇ ਅੱਜ 5 ਤਰੀਕ ਦੀ ਮੀਟਿੰਗ। ਤੇ ਕਿਸਾਨਾਂ ਨਾਲ ਗੱਲਬਾਤ ਤੋਂ ਪਹਿਲਾਂ PM ਮੋਦੀ ਵੱਲੋਂ ਕੇਂਦਰੀ ਮੰਤਰੀਆਂ ਨਾਲ ਉੱਚ ਪੱਧਰੀ ਬੈਠਕ ਵੀ ਬੁਲਾਈ ਗਈ ਹੈ ਤੇ ਇਸ ਤੋਂ ਪਹਿਲਾਂ ਕਿਸਾਨਾਂ ਨੇ ਦੋ ਟੁਕ ਜਵਾਬ ਦੇ ਦਿੱਤਾ ਹੈ। ਕਿਸਾਨ ਜਥੇਬੰਦੀਆਂ ਕਿਸੇ ਵੀ ਤਰ੍ਹਾਂ ਦੇ ਸਮਝੌਤੇ ਤੋਂ ਇਨਕਾਰ ਕਰ ਰਹੀਆਂ ਨੇ ਤੇ 8 ਦਸੰਬਰ ਨੂੰ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਤੁਹਾਨੂੰ ਕੀ ਲੱਗਦਾ ਹੈ ਕਿ ਅੱਜ ਦੀ ਇਸ ਮੀਟਿੰਗ ਵਿੱਚ ਹੱਲ ਨਿਕਲ ਪਾਏਗਾ? देखो रोमन, मैनू काफ़ी उम्मीद लगती है अकलमंदी का रस्ता यो ही होगा कि कला ये 3 कानून जोड़े आ बहुत ही माड़े कानून आ, काले कानून आ, कला कानून ही ना वापस लैन, ये कैबिनेट में पास करन कि जी सरकार की गलती करके सरकार का ਜਿਹੜੇ किसान जथेबंदियां वेड़े सिर उन्होंने भरोसे च लए बगैर ਇਹੋ ਜਿਹੇ ਕਾਨੂੰਨ ਉਹਨਾਂ ਦੇ ਉੱਤੇ ਥੋਪਣ ਦਾ ਕਹਿ ਕੇ ਕਿ ਉਹਨਾਂ ਦਾ ਫਾਇਦਾ ਹੋਊਗਾ, ਜਦਕਿ ਕਿਸਾਨ ਪੂਰੇ ਡਟੇ ਹੋਏ ਆ ਕਿ ਨਹੀਂ ਇਹ ਜਿਹੜੇ ਸਾਨੂੰ ਫਾਇਦਾ ਤੇ ਕੀ ਕਰਨਾ, ਸਾਨੂੰ ਤੇ ਆਪਣੀ ਮਿੱਟੀ ਚੋਂ ਉਖਾੜ ਕੇ ਸੁੱਟ ਦੇਣਗੇ, ਧਰਤੀ ਚੋਂ ਸਾਡੀ ਜ਼ਮੀਨਾਂ ਤੋਂ ਬਾਹਰ ਕਰ ਦੇਣਗੇ। ਇੰਨਾ ਗੈਪ ਹੋਣਾ, ਇਹ ਸਾਰੀ ਗੱਲ ਦੀ ਰੋਮਨ ਜੀ ਉਹਨਾਂ ਨੂੰ ਮਾਫੀ ਵੀ ਮੰਗਣੀ ਚਾਹੀਦੀ ਆ ਕਿ ਏਡੀ ਵੱਡੀ ਕੁਤਾਹੀ, ਕਲੈਕਟਿਵ ਕੁਤਾਹੀ ਜਾਨੀ ਸਾਂਝੀ ਕੁਤਾਹੀ, ਜਿਹਦੇ ਵਿੱਚ ਪਾਰਲੀਮੈਂਟ ਦੇ ਵਿੱਚ ਸਾਰੇ ਦੇ ਸਾਰੇ ਮੂੰਹ 'ਚ ਘੁੰਗਣੀਆਂ ਪਾ ਕੇ ਬੈਠੇ ਰਹੇ। ਜੋ ਮੋਦੀ ਨੇ ਕਿਹਾ ਜਾਂ ਜੋ ਅਮਿਤ ਸ਼ਾਹ ਨੇ ਜਾਂ ਜੋ ਤੋਮਰ ਜੀ ਨੇ ਕਿਹਾ ਉਹਨੂੰ ਮੰਨ ਕੇ ਚੱਲਦੇ ਰਹੇ। ਇਸ ਗੱਲ ਦੀ ਕਲੈਕਟਿਵ ਮਾਫੀ ਸਰਕਾਰ ਨੂੰ ਕਿਸਾਨਾਂ ਤੋਂ ਤੇ ਦੇਸ਼ ਵਾਸੀਆਂ ਤੋਂ ਜਿਨ੍ਹਾਂ ਨੂੰ ਇੰਨੀ ਤਕਲੀਫ ਦਿੱਤੀ ਹੈ ਉਹ ਮੰਗਣੀ ਚਾਹੀਦੀ ਹੈ। ਇਹ ਉਹਨਾਂ ਦਾ ਮਿਨੀਮਮ ਡਿਊ ਬਣਦਾ, ਜਿਨ੍ਹਾਂ ਨੇ ਟੀਅਰ ਗੈਸ ਸ਼ੈਲ, ਗੰਦੇ ਪਾਣੀ ਦੀਆਂ ਵਿਛਾੜਾਂ, ਹੋਰ ਸਰਦੀ ਦੇ ਵਿੱਚ ਮੌਤਾਂ 7 ਡੈਥ ਹੋ ਚੁੱਕੀਆਂ ਹੁਣ ਤੱਕ, ਇਹ ਸਾਰੇ ਦੀ ਜ਼ਿੰਮੇਵਾਰੀ ਦੀ ਉਹਨਾਂ ਨੂੰ ਲਾਜ਼ਮੀ ਹੈ। ਇੱਕ ਇਹ ਲੋਕਤੰਤਰ ਆ ਕਿ ਸਾਡੇ ਪ੍ਰਧਾਨ ਮੰਤਰੀ ਨੂੰ ਔਰ ਅਮਿਤ ਸ਼ਾਹ ਨੂੰ, ਖਾਸ ਕਰਕੇ ਦੋਹਾਂ ਨੂੰ ਇਹ ਮਾਫੀ ਦੇ ਬਿਲਕੁਲ ਜ਼ਿੰਮੇਵਾਰ ਆ ਤੇ ਕਿਸਾਨ ਇਸ ਮਾਫੀ ਮੰਗਵਾਉਣ ਦੇ ਹੱਕਦਾਰ ਆ। ਜਿਹੜੀ ਗੱਲ ਅੱਜ ਦੀ ਮੀਟਿੰਗ ਬਾਰੇ ਤੁਸੀਂ ਗੱਲ ਕਹੀ ਹੈ, ਇਹ ਬਹੁਤ ਹੀ ਕਰੂਸ਼ੀਅਲ ਕਹਿ ਰਹੇ ਆ ਕਿ ਲਾਸਟ ਮੀਟਿੰਗ ਹੋਊਗੀ, ਇਹ ਤੋਂ ਬਾਅਦ ਤੇ ਫਿਰ ਆਮੋ ਸਾਹਮਣੇ ਜਿੰਨੀ ਵੀ ਲੜਾਈ, ਜਿਹੜਾ ਕਿਸੇ ਨੂੰ ਖਿੱਚ ਕੇ ਲੈ ਗਿਆ ਤੇ ਲੜਾਈ ਦੇ ਵਿੱਚ ਤੇ ਤੁਹਾਨੂੰ ਪਤਾ ਹੀ ਆ ਪੰਜਾਬੀ ਤੇ ਲੜਾਈ ਵੇਖ ਕੇ ਭੰਗੜਾ ਪਾਉਣ ਲੱਗ ਜਾਂਦੇ ਆ, ਬੜੇ ਖੁਸ਼ ਹੁੰਦੇ ਆ, ਇਹਨਾਂ ਦੇ ਮੂੰਹ ਲਾਲ ਹੋ ਜਾਂਦੇ ਆ ਕਿ ਲੈ ਹੁਣ ਪਤਾ ਲੱਗੂਗਾ ਕਿ ਅਸਲੀ ਅਸੀਂ ਕਿੰਨੇ ਕੁ ਪੰਜਾਬੀ ਹੈ ਤੇ ਕਿੰਨੇ ਕੁ ਬੁਜ਼ਦਿਲ ਹੈ। ਇਸ ਲਈ ਉਹਦੀ ਕੋਈ ਕਮੀ ਨਹੀਂ ਹੈ। 20 ਕੁਇੰਟਲ ਬਦਾਮ ਬਾਹਰੋਂ ਆ ਗਏ ਆ, ਵੱਡੇ ਵੱਡੇ ਬੋਰੇ ਭਰ ਕੇ ਬਾਰਡਰ ਦੇ ਉੱਤੇ ਜਾ ਰਹੇ ਆ ਕਿਸਾਨਾਂ ਲਈ। ਉਹ ਤਾਕਤ ਜਿਹੜੀ ਨਵੀਂ ਆਉਣੀ ਹੈ, ਬਦਾਮ ਖਾ ਕੇ ਦਿਮਾਗ ਤਿੱਖਾ ਹੋਣਾ ਉਹਦਾ, ਤੇ ਦੇਖੋ ਤੁਸੀਂ ਨਾਲ ਹੀ ਬੱਸ ਸਰਵਿਸ ਲੁਧਿਆਣੇ ਤੋਂ ਦਿੱਲੀ ਤੱਕ ਲਾਤੀ ਆ NRIਆਂ ਨੇ, ਉਹ ਵੀ ਕਿ ਆਓ ਤੁਸੀਂ ਬੈਠੋ ਤੇ ਜਾਓ, ਕੋਈ ਪਰਵਾਹ ਨਹੀਂ ਹੈ, ਅਸੀਂ ਤੁਹਾਡੀ ਮਦਦ ਕਰਨ ਲਈ। ਜਾਣੀ ਸਮੁੱਚੇ ਦੁਨੀਆ ਦੇ ਵਿੱਚ ਤੇ ਦੇਸ਼ ਦੇ ਵਿੱਚ ਨਾ ਇਕੱਲੇ ਸਿਰਫ ਪੰਜਾਬੀ ਭਾਈਚਾਰਾ ਬਲਕਿ ਇੰਡੀਅਨ ਤੇ ਹੋਰ ਵੀ ਪ੍ਰਵਾਸੀ ਭਾਰਤੀਆਂ ਵੱਲੋਂ ਟਰੂਡੋ ਵਰਗੇ ਵੀ ਜਿਹੜੇ ਪ੍ਰਧਾਨ ਮੰਤਰੀ ਆ ਉਹ ਤੇ ਕੋਈ ਪੰਜਾਬੀ ਨਹੀਂ ਹੈਗੇ, ਵੈਸੇ ਲੱਗਦੇ ਪੰਜਾਬੀ ਆ ਥੋੜੇ ਜਿਹੇ। ਤਾਂ ਇਹ ਸਾਰੇ ਦੇ ਸਾਰੇ ਜਦੋਂ ਕਿਸਾਨਾਂ ਦੇ ਪਿੱਛੇ ਏਡੀ ਵੱਡੀ ਗਿਣਤੀ 'ਚ ਇਕੱਠੇ ਹੋ ਗਏ ਆ ਤਾਂ ਇਹਨਾਂ ਨੂੰ ਕੌਣ ਹਰਾਉਣ ਵਾਲਾ? ਇਸ ਲਈ ਇਸੇ ਗੱਲ 'ਚ ਹੀ ਭਲਾ ਕਿ ਅੱਜ ਦੀ ਮੀਟਿੰਗ ਦਾ ਫਾਇਦਾ ਲੈ ਕੇ ਕੈਬਨਿਟ 'ਚ ਇਹ ਫੈਸਲਾ ਕੀਤਾ ਜਾਏ ਕਿ ਅਸੀਂ 3 ਕਾਨੂੰਨ ਵਾਪਸ ਲੈਨੇ ਆ, ਘੱਟੋ ਘੱਟ ਸਸਪੈਂਡ ਕਰਦੇ ਆ ਅਸੀਂ, ਔਰ ਪਾਰਲੀਮੈਂਟ 'ਚ ਦੁਬਾਰਾ ਲੈ ਕੇ ਜਾਵਾਂਗੇ। ਫਿਰ ਉਹਨਾਂ ਨੂੰ ਦੇਖਾਂਗੇ ਜਿਹੜੀਆਂ ਤਰਮੀਮਾਂ ਕਹੀਆਂ ਜਾਂ ਇਹਨਾਂ ਨੂੰ ਬੰਦ ਹੀ ਕਰੋ, ਜਾਂ ਜੇ ਅੱਗੇ ਤੋਂ ਪਾਸ ਕਰਨੇ ਹੋਣਗੇ ਤੇ ਅਸੀਂ ਕਿਸਾਨ ਜਥੇਬੰਦੀਆਂ ਦੀ ਜਿਹੜੀ ਐਪਰੋਪਰੀਏਟ ਕਮੇਟੀਆਂ ਹੋਣਗੀਆਂ ਉਹਨਾਂ 'ਚ ਡਿਸਕਸ ਕਰਨ ਤੋਂ ਪਹਿਲਾਂ ਅਸੀਂ ਪਾਰਲੀਮੈਂਟ 'ਚ ਨਹੀਂ ਲਿਜਾਵਾਂਗੇ। ਜਿਵੇਂ ਸਿਲੈਕਟ ਕਮੇਟੀ ਜਾਂ ਹੋਰ ਪਾਰਲੀਮੈਂਟ ਕਮੇਟੀ ਜਿਹੜੀਆਂ ਲੈ ਕੇ ਜਾਂਦੇ ਆ, ਇੰਝ ਕਿਸਾਨਾਂ ਦੇ ਵੀ ਉਹ ਧਿਰ ਹੋਣੇ ਚਾਹੀਦੇ ਆ, ਉਹਦੇ 'ਚੋਂ ਸ਼ਾਮਿਲ ਹੋਣੇ ਚਾਹੀਦੇ ਆ। ਇਸ ਲਈ ਮੈਂ ਤਾਂ ਇਹਨੂੰ ਡਿਟੇਲ ਕਰ ਰਿਹਾ ਕਿ ਜੇ ਅੱਜ ਨਾ ਹੋਇਆ ਤਾਂ ਇਹਦਾ ਰਿਜ਼ਲਟ ਬਹੁਤ ਹੀ ਰਾਜਨੀਤਿਕ ਤੌਰ ਤੇ ਦੇਸ਼ ਦੇ ਅੰਦਰ, ਕੱਲਾ ਪੰਜਾਬ 'ਚ ਨਹੀਂ, ਦੇਸ਼ ਦੇ ਅੰਦਰ ਗਹਿਰਾ ਆਰਥਿਕ ਤੇ ਰਾਜਨੀਤਿਕ ਸੰਕਟ ਦੇ 'ਚ ਨਿਕਲੂਗਾ। ਇਸ ਲਈ ਇਹ ਹੁਣ ਮੋਦੀ ਜੀ ਨੂੰ ਤੇ ਹੁਣ ਵਾਲੀ ਸਰਕਾਰ ਨੂੰ ਸਮਝ ਲੈਣਾ ਚਾਹੀਦਾ, ਸਾਫ਼ ਸਮਝ ਲੈਣਾ ਚਾਹੀਦਾ ਕਿ ਕੀ ਅਸੀਂ ਦੇਸ਼ ਨੂੰ ਉਸ ਕਿਸਮ ਦੀ ਖਾਨਾ ਜੰਗੀ ਵਰਗੀ ਹਾਲਾਤ ਜਾਂ ਅਫਰਾ ਤਫਰੀ ਵੱਲ ਲਿਜਾਣਾ, ਜਾਂ ਅਸੀਂ ਦੇਸ਼ ਦੇ ਵਿੱਚ ਸ਼ਾਂਤੀ, ਭਾਈਚਾਰਾ, ਬਰਾਦਰੀ
ਔਰ ਆਪਸੀ ਪਿਆਰ ਬਣਾ ਕੇ ਰੱਖਣਾ ਇਹ ਬਹੁਤ ਜ਼ਰੂਰੀ ਹੈਗਾ। ਤਾਂ ਹੀ ਅਮਰਿੰਦਰ ਸਿੰਘ ਬਾਰ-ਬਾਰ ਜਿਹੜਾ ਇਹ ਗੱਲ ਕਹਿ ਰਿਹਾ ਕਿ ਪੰਜਾਬ ਇੱਕ ਬਾਰਡਰ ਸਟੇਟ ਆ। ਬਹੁਤ ਸਾਰੇ ਪੰਜਾਬ ਔਰ ਹਰਿਆਣਾ 'ਚੋਂ ਫੌਜੀ ਉਹ ਬਾਰਡਰਾਂ ਤੇ ਹਮੇਸ਼ਾ ਸਾਡੇ ਦੇਸ਼ ਦੀ ਸੁਰੱਖਿਆ ਕਰਦੇ ਆ ਔਰ ਉਹ ਦੇਖ ਰਿਹਾ ਸਾਡੇ ਮਾਂ ਬਾਪ ਬਾਪੂ ਚਿੱਟੀਆਂ ਦਾੜੀਆਂ ਜਾਂ ਚਿੱਟੀਆਂ ਪੱਗਾਂ ਦਾ ਕਿਵੇਂ ਉਹਨਾਂ ਨੂੰ ਬਾਰਡਰ ਦੇ ਉੱਤੇ ਰੋਲਿਆ ਜਾ ਰਿਹਾ, ਬੇਇੱਜ਼ਤ ਕੀਤਾ ਜਾ ਰਿਹਾ। ਉਹਨਾਂ ਦੇ ਅੰਦਰ ਇਸ ਗੱਲ ਦਾ ਰੋਸ਼ ਫੈਲ ਰਿਹਾ। ਇਹ ਸਰਕਾਰ ਨੂੰ ਸਮਝਣਾ ਚਾਹੀਦਾ ਹੈ। ਮੈਨੂੰ ਤੁਹਾਡੇ ਮੇਰੇ ਕਹਿਣ ਦੀ ਗੱਲ ਨਹੀਂ ਹੈ। ਇਹ ਸਾਰੀਆਂ ਚੀਜ਼ਾਂ ਜੁੜੀਆਂ ਹੋਈਆਂ। ਜੇ ਕੈਨੇਡਾ ਤੋਂ, ਅਮਰੀਕਾ ਤੋਂ, ਆਸਟ੍ਰੇਲੀਆ ਤੋਂ, ਨਿਊਜ਼ੀਲੈਂਡ ਤੋਂ ਲੋਕ ਇਕੱਲੇ ਮਜ਼ਾਰੇ ਹੀ ਨਹੀਂ ਕਰ ਰਹੇ, ਹਰ ਕਿਸਮ ਦੀ ਮਦਦ ਅੱਗੇ ਵੱਧ ਕੇ ਦੇ ਰਹੇ ਆ, ਤਾਂ ਕੀ ਸਰਕਾਰ ਗੂੰਗੀ ਬੋਲੀ ਆ? ਉਹਨਾਂ ਨੂੰ ਵੀ ਤਾਂ ਦੇਖਣਾ ਚਾਹੀਦਾ ਨਾ ਕਿ ਦੇਸ਼ ਦੇ ਅੰਦਰ ਤੇ ਕਿਵੇਂ ਜਿਹੜੀ ਹੈ ਇੱਕ ਅਸੰਤੋਸ਼ ਫੈਲ ਰਿਹਾ, ਇੱਕ ਗੁੱਸਾ ਫੈਲ ਰਿਹਾ। ਚੀਫ ਮਿਨਿਸਟਰਾਂ ਤੱਕ, ਪੱਛਮੀ ਬੰਗਾਲ ਦੇ ਚੀਫ ਮਿਨਿਸਟਰ, ਹੋਰ ਨਾ ਕਿੰਨਿਆਂ ਚੀਫ ਮਿਨਿਸਟਰ, ਈਵਨ ਮਹਾਰਾਸ਼ਟਰ ਦੇ ਚੀਫ ਮਿਨਿਸਟਰ ਨੇ ਕਹਿਤਾ ਅਕਲ ਦਾ ਰਾਹ ਫੜੋ, ਅਕਲ ਦਾ ਰਾਹ ਫੜੋ। ਨਹੀਂ ਤੇ ਅਸੀਂ ਫਿਰ ਇਹਨਾਂ ਕਿਸਾਨਾਂ ਦੇ ਨਾਲ ਡਟ ਕੇ ਜਿੰਨੀ ਵੀ ਵੱਧ ਤੋਂ ਵੱਧ ਤਾਕਤ ਆ ਅਸੀਂ ਕਿਸਾਨਾਂ ਰਾਹੀਂ, ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਆਪਣੀ ਤਾਕਤ ਰਾਜਨੀਤਿਕ ਪੂਰੀ ਲਾਵਾਂਗੇ। ਔਰ ਜੇ ਰੋਮਨ ਲਾਸਟ ਗੱਲ, ਜੇ ਅਜੇ ਵੀ ਨਾ ਮੰਨੇ, ਦੋ ਗੱਲਾਂ ਤੇ ਹੋਣੀ ਵਾਲੀਆਂ। 8 ਤਰੀਕ ਨੂੰ ਭਾਰਤ ਬੰਦ ਹੋਊਗਾ, 8 ਤਰੀਕ ਨੂੰ ਟੋਲ ਪਲਾਜ਼ਾ ਜਿਹੜੇ ਕੋਈ ਆਪਣਾ ਉਹਨਾਂ ਦੇ ਚਾਰਜਸ ਨਹੀਂ ਦਊਗਾ। ਇਹ ਭਾਰਤ ਸਰਕਾਰ ਵਿਰੁੱਧ ਨਾ ਮਿਲਵਰਤਨ, ਨਾ ਇਨਕੋਪਰੇਸ਼ਨ ਦਾ ਜੋ ਗਾਂਧੀ ਜੀ ਬਾਰ-ਬਾਰ ਕਰਦੇ ਸੀ, ਇੱਕ ਵੱਡਾ ਬਿਗਲ ਵੱਜ ਜਾਊਗਾ। ਇਹ ਬਰੂਦ ਵਾਂਗੂ ਜਾਂ ਜਿਸ ਤਰ੍ਹਾਂ ਸੁੱਕੇ ਬਾਲਣ ਨੂੰ, ਸੁੱਕੇ ਘਾਹ ਨੂੰ ਇੱਕ ਵਾਰੀ ਜਦੋਂ ਅੱਗ ਫੜ ਲੈਂਦੀ ਆ ਤੇ ਜਿਹੜੇ ਹਵਾਈ ਜਹਾਜ਼ਾਂ ਦਾ ਪਾਣੀ ਸਪਰੇਅ ਵੀ ਉਹਨਾਂ ਨੂੰ ਰੋਕ ਨਹੀਂ ਸਕਦਾ। ਇਸ ਕਿਸਮ ਦੀ ਦੇਸ਼ ਦੇ ਅੰਦਰ ਔਰ ਇੱਕ ਗੱਲ ਸਮਝ ਜਿਹੜੀ ਮੈਂ ਬਹੁਤ ਇੰਪੋਰਟੈਂਟ ਹੈ ਇਸ ਮੂਵਮੈਂਟ ਬਾਰੇ, ਮੈਂ ਮੋਦੀ ਜੀ ਨੂੰ ਸਮਝਾ ਰਿਹਾ ਇਹ ਗੱਲ ਕਰਕੇ ਤੁਹਾਡੇ ਰਾਹੀਂ ਕਿ ਦੇਖੋ ਇਹਨਾਂ ਨੂੰ ਸਮਝਣਾ ਚਾਹੀਦਾ ਕਿ ਜੋ ਰੋਸ਼ ਪਿਛਲੇ 5-6 ਸਾਲਾਂ ਦਾ ਲੋਕਾਂ ਦੇ ਅੰਦਰ ਗੁੱਬ-ਗਵਾਰ ਸੀ, ਤੁਸੀਂ ਸੀਟਾਂ ਤੇ ਲੈ ਲੀਆਂ ਬਾਲਾਕੋਟ ਦੇ ਨਾਂ ਦੇ ਉੱਤੇ ਪਾਕਿਸਤਾਨ ਕਰਕੇ, ਪਰ ਉਹ ਸੱਤਾ ਜਿਹੜੀ ਆ ਲੋਕਾਂ 'ਚੋਂ ਤੁਸੀਂ ਬਿਲਕੁਲ ਨਿਖੜ ਗਏ, ਟੁੱਟ ਗਏ ਆ। ਤੁਸੀਂ ਨੋਟਬੰਦੀ ਕਰਕੇ, GST ਕਰਕੇ ਵਪਾਰੀ ਤੰਗ ਕਰਤਾ, ਕਰੋਨਾ ਕਰਕੇ ਤੁਸੀਂ ਲੋਕਾਂ ਨੂੰ ਮਾਰ ਦਿੱਤਾ। ਇਸ ਲਈ ਉਹ ਰੋਸ਼ ਸਾਰੇ ਦੇਸ਼ ਦੇ ਅੰਦਰ ਤੁਹਾਡੀ ਸਰਕਾਰ ਵਿਰੁੱਧ ਵੱਡੇ ਭਾਂਬੜ ਮੱਚ ਕੇ ਉੱਠਣ ਵਾਲਾ ਤੇ ਆਲਰੇਡੀ ਉੱਠ ਰਿਹਾ, ਫੁਰ ਕਰਦੀ ਅੱਗ ਸਾਰੇ ਪਾਸੇ ਚੱਲ ਪਈ ਹੈ। ਉਸ ਨੂੰ ਸਮਝਣਾ ਚਾਹੀਦਾ। ਇਸ ਹਕੂਮਤ ਦੇ ਸਮੇਂ ਵੀ ਪੰਜਾਬੀਆਂ ਨੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਨੇ। ਹਾਂ, ਮੈਂ ਇਹਨੂੰ ਕੱਲਾ ਪੰਜਾਬੀਆਂ ਦਾ ਨਹੀਂ ਕਰਦਾ। ਇਹ ਗੱਲ ਠੀਕ ਹੈ ਕਿ ਪੰਜਾਬੀਆਂ ਦੀ ਸਰਦਾਰੀ ਤੇ ਪੰਜਾਬੀਆਂ ਦੀ ਜਿਹੜੀ ਸਭ ਤੋਂ ਅਗਵਾਈ ਆ ਉਹ ਤੇ ਸਾਰੇ ਦੇਸ਼ ਨੇ ਤੇ ਵਿਦੇਸ਼ਾਂ ਨੇ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਤੱਕ ਉਹਨਾਂ ਨੇ ਮੰਨ ਹੀ ਲਈ ਹੈ ਕਿ ਇਹ ਪੰਜਾਬੀ ਜਿਹੜੇ ਆ ਛੋਟਾ ਜਿਹਾ ਸੂਬਾ ਆ, ਇਹ ਕੀ ਇਹਨਾਂ 'ਚ ਖਾਸ ਇਹ ਕੀ ਖਾਂਦੇ ਆ ਜਾਂ ਖਾਸ ਇਹਨਾਂ ਦੇ ਕਿਹੜੀ ਗੁੜਤੀ ਮਿਲਦੀ ਆ ਇਹਨਾਂ ਨੂੰ, ਜਿਹੜੇ ਐਨ ਜਦੋਂ ਕੋਈ ਸੰਕਟ ਆਉਂਦਾ ਤੇ ਸ਼ੇਰ ਬਣ ਕੇ ਗਰਜਦੇ ਆ ਤੇ ਔਰ ਸਾਰੇ ਦੇਸ਼ ਨੂੰ ਔਰ ਸਾਰੀ ਸਰਕਾਰਾਂ ਨੂੰ ਜੇ ਕੋਈ ਗਲਤ ਹੋਵੇ ਤਾਂ ਉੱਥੇ ਵੰਗਾਰਦੇ ਆ ਔਰ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਦੇ ਆ। ਇਹ ਕਿਸਾਨ ਨਾ, ਇਹਨਾਂ ਨੂੰ ਕਿਸਾਨ ਸਮਝੋ, ਜਿਨ੍ਹਾਂ ਨੂੰ ਬੁੱਧੂ ਜੱਟ ਬੂਟ ਸਮਝਦੇ ਸੀ ਉਹ ਨਾ ਸਮਝੋ। ਇਹ ਸਮੁੱਚੇ ਦੇਸ਼ ਦੀ ਆਵਾਜ਼ ਹੈ ਇਸ ਵੇਲੇ ਕਿ ਤੁਸੀਂ ਸਾਡੇ ਨਾਲ ਜੋ ਪਿਛਲੇ 6 ਸਾਲਾਂ 'ਚ ਕੀਤਾ, ਅਸੀਂ ਬਹੁਤ ਬਰਦਾਸ਼ਤ ਕੀਤਾ, ਹੁਣ ਬਸ ਅਸੀਂ ਇਸ ਗੱਲ ਦਾ ਡਟ ਕੇ ਮੁਕਾਬਲਾ ਕਰਾਂਗੇ। ਔਰ ਉਹ ਯੁੱਧ ਸ਼ੁਰੂ ਹੋ ਚੁੱਕਾ, ਪਾਣੀਪਤ ਦੀ ਬਿਲਕੁਲ ਜੀ, ਲੜਾਈ ਹੁਣ ਜੋ ਹੈ ਉਹ ਆਰ-ਪਾਰ ਦੀ ਸ਼ੁਰੂ ਹੋ ਚੁੱਕੀ ਹੈ। ਪ੍ਰੋਫੈਸਰ ਸਾਹਿਬ, ਉਧਰ ਦੂਜੇ ਪਾਸੇ ਦਿੱਲੀ ਦੀਆਂ ਹੱਦਾਂ ਤੋਂ ਕਿਸਾਨਾਂ ਦਾ ਧਰਨਾ ਚੁੱਕਣ ਲਈ ਪਟੀਸ਼ਨ ਦਾਇਰ ਕਰਤੀ ਗਈ ਹੈ ਤੇ ਇਸ ਪਟੀਸ਼ਨ ਵਿੱਚ ਹਵਾਲਾ ਦਿੱਤਾ ਗਿਆ ਹੈ ਕਿ ਕਿਸਾਨਾਂ ਦੇ ਧਰਨੇ ਨਾਲ ਆਵਾਜਾਈ ਉੱਥੇ ਪ੍ਰਭਾਵਿਤ ਹੋ ਰਹੀ ਹੈ ਤੇ ਦੂਜੇ ਪਾਸੇ ਕੋਵਿਡ-19 ਦਾ ਖਤਰਾ ਵਧਣ ਦਾ ਖਦਸ਼ਾ ਪੈਦਾ ਕੀਤਾ ਗਿਆ। ਰੋਮਨ, ਇਹ ਕੋਈ ਚਮਚਾ ਹੋਣਾ ਆ, ਕੋਈ ਹੈਗਾ ਵਾ ਵਕੀਲ, ਲਾਅ ਦਾ ਸਟੂਡੈਂਟ ਹੈ, ਕੋਈ ਯੰਗ ਮੁੰਡਾ ਜਾਂ ਪਤਾ ਨਹੀਂ ਕੀ ਗੱਲ ਆ, ਕਿਉਂ ਨਹੀਂ ਉਹ ਸਮਝਦੇ। ਉਹਨਾਂ ਨੇ ਕੀਤਾ ਜ਼ਰੂਰ ਆ। ਸਾਡੇ ਦੇਖੋ ਡੈਮੋਕ੍ਰੇਸੀ ਦੇ ਵਿੱਚ ਹਰ ਕਿਸੇ ਦੇ ਪ੍ਰਾਵਧਾਨ ਹੁੰਦੀਆਂ ਹੈ ਨਾ, ਉਹਦੇ ਵਿੱਚ ਫੈਸਿਲਿਟੀਜ਼ ਹੁੰਦੀਆਂ ਕਿ ਕੋਈ ਵੀ ਤੁਸੀਂ ਉਹਨਾਂ ਦਾ ਹੱਕ ਆ ਕਿ ਕਿਸੇ ਚੀਜ਼ ਨੂੰ ਕਦੀ ਵੀ ਚੁਣੌਤੀ ਦੇ ਸਕਦਾ। ਉਹਨਾਂ ਨੇ ਸ਼ਹੀਨ ਬਾਗ ਬਾਰੇ ਵੀ ਇਹੋ ਜਿਹੇ ਲੋਕਾਂ ਨੇ ਪਹਿਲਾਂ ਕਿਹਾ ਸੀ ਕਿ ਦੇਖੋ ਜੀ ਤੁਸੀਂ ਸੜਕ ਨੂੰ ਰੋਕ ਨਹੀਂ ਸਕਦੇ, ਤੇ ਉਦੋਂ ਜਿਹੜੀ ਆਪਣੀ ਸੁਪਰੀਮ ਕੋਰਟ, ਆਨਰੇਬਲ ਸੁਪਰੀਮ ਕੋਰਟ ਆ, ਉਹਨਾਂ ਨੇ ਵੀ ਕੋਈ ਬਹੁਤ ਚੰਗਾ ਫੈਸਲਾ ਨਹੀਂ ਸੀ ਦਿੱਤਾ ਕਿ ਦੇਖੋ ਜੀ ਤੁਸੀਂ ਸੜਕ ਨੂੰ ਥੋੜੇ ਦਿਨ ਲਈ ਤੇ ਜਾਂ ਕੁਝ ਦੇਰ ਲਈ ਤੇ ਪ੍ਰੋਟੈਸਟ ਲਈ ਰੋਕ ਸਕਦੇ ਆ, ਪਰ ਲੋਕਾਂ ਦੀ ਆਵਾਜਾਈ ਇੰਜ ਨਹੀਂ ਰੋਕ ਸਕਦੇ। ਪਰ ਜਿਹੜੇ ਮੁੱਦੇ ਆ ਤੁਸੀਂ ਉਹਦੇ ਤੇ ਸਰਕਾਰ ਨੂੰ ਵੀ ਸੂਆ ਮੋਟੋ ਲੈ ਕੇ, ਉਦੋਂ ਕਿਉਂ ਜਿਹੜੀ ਸਾਰੀ CGI ਦਾ ਸਾਰੀ ਜਿਹੜੀ ਸੁਪਰੀਮ ਕੋਰਟ ਬੈਠੀ ਰਹਿੰਦੀ ਆ? ਤੁਸੀਂ ਲੋਕਾਂ ਦੇ ਹੱਕ 'ਚ ਆਪਣੇ ਫੈਸਲੇ ਦਿਓ। ਟੈਕਨੀਕਲੀ ਤੁਹਾਡਾ ਸੁਪਰੀਮ ਕੋਰਟ ਦਾ ਫੈਸਲਾ ਕਰੈਕਟ ਹੋ ਸਕਦਾ, ਪਰ ਲੋਕਾਂ ਦੇ ਜਿਹੜੇ ਕੰਸਰਨ ਆ ਉਹਨੂੰ ਤੇ ਤੁਸੀਂ ਐਡਰੈਸ ਨਹੀਂ ਕਰਦੇ। ਇਸੇ ਤਰੀਕੇ ਨਾਲ ਜੇ ਹੁਣ ਵੀ ਫੈਸਲਾ ਸੁਪਰੀਮ ਕੋਰਟ ਦਾ ਆ ਵੀ ਜਾਵੇ ਕਿ ਇਹਨਾਂ ਨੂੰ ਉਠਾਉਣਾ ਚਾਹੀਦਾ, ਇਹ ਹੋਰ ਵੀ ਬਹੁਤ ਮੰਦਭਾਗਾ ਹੋਊਗਾ ਕਿਉਂਕਿ ਉਹਦੇ ਨਾਲ ਫਿਰ ਜੇ ਬਲ ਵਰਤਿਆ ਜਾਂਦਾ ਆ ਕਿਸੇ ਵੀ ਕਿਸਮ ਦਾ ਤੇ ਕਨਫਰੰਟੇਸ਼ਨ ਵਧੂਗੀ। ਅਸੀਂ ਇੱਕ ਛੋਟਾ ਜਿਹਾ ਬ੍ਰੇਕ ਦੇ ਲਈ, ਤੁਸੀਂ ਬਣੇ ਰਹੋ ਸਾਡੇ ਨਾਲ ਚੰਡੀਗੜ੍ਹ ਟਾਈਮ TV ਤੇ।
ਬ੍ਰੇਕ ਤੋਂ ਬਾਅਦ ਸਾਡੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਸਿੱਧੀ ਗੱਲ ਪ੍ਰੋਫੈਸਰ ਮਨਜੀਤ ਸਿੰਘ ਜੀ ਦੇ ਨਾਲ ਤੇ ਪ੍ਰੋਫੈਸਰ ਮਨਜੀਤ ਸਿੰਘ ਜੀ ਸਾਡੇ ਨਾਲ ਜੁੜ ਚੁੱਕੇ ਨੇ। ਪ੍ਰੋਫੈਸਰ ਮਨਜੀਤ ਸਿੰਘ ਜੀ, ਖਬਰਾਂ ਦਾ ਸਿਲਸਿਲਾ ਸੀ ਅੱਗੇ ਵਧਾਈਏ ਤਾਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੇ ਕਤਲकांड ਵਿੱਚ ਦੋਸ਼ੀ ਠਹਿਰਾਏ ਗਏ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਮਾਫੀ ਬਾਰੇ ਹੁਣ ਕੇਂਦਰ ਤੋਂ ਜਵਾਬ ਤਲਬ ਕੀਤਾ ਗਿਆ। हाँ बिल्कुल, ये देखो बहुत पुराना केस है। तुहानूं पता एक बारी फांसी की सजा हो गई सी ते सारा पंजाब सड़कों ते आ गया सी। उदों फिर ये फैसला होया सी कि नहीं नहीं इन्हां नूं फांसी नहीं सस्पेंड करती सी ते उस नूं कन्वर्ट करना सीगा उम्र कैद दे विच ते ओह उदों दा ये फैसला सरकार वल्लों ते नॉड हैगी आ। फिर वो क्यों नहीं करते? 25 साल हो गई आ जेल दे विच ते बंदा 25 साल ते उम्र खत्म हो जाती है। जिहड़ी यंग एज तो लैके अगली एज जिहड़ी 25 साल है सब तो पोटेंशियल ओह ही हुंदा। ਜਦੋਂ ਇੰਨੀ ਸਜ਼ਾ ਭੁਗਤ ਲਈ ਹੈ, ਉਮਰ ਕੈਦ ਨਾਲੋਂ ਵੱਧ ਤੇ ਪਹਿਲਾਂ ਹੀ ਭੁਗਤ ਲਈ ਹੈ, ਤੇ ਤੁਸੀਂ ਉਸ ਨੂੰ, ਮੇਰਾ ਖਿਆਲ ਹੈ ਕਿ ਹੁਣ ਵੈਸੇ ਵੀ ਇਹ ਵੀ ਪਤਾ ਚੱਲਦਾ ਕਿ ਉਹ ਸਾਈਕੋਲੋਜੀਕਲੀ ਵੀ ਬੜੇ ਅਪਸੈਟ ਹੈਗੇ ਆ, ਉਦਾਸ ਹੈਗੇ ਆ। ਜਿਸ ਤਰ੍ਹਾਂ ਬੰਦਾ ਇੱਕ ਨੋਰਮਲ ਢੰਗ ਨਾਲ ਗੱਲਬਾਤ ਜੀਵਨ ਜੀ ਸਕਦਾ, ਉੱਥੇ ਉਹਨਾਂ ਨੂੰ ਮੈਡੀਕਲ ਏਡ ਜਾਂ ਸਾਈਕੈਟ੍ਰਿਕ ਹੈਲਪ ਲੈਣੀ ਪੈਂਦੀ। ਜੇ ਇਸ ਹਾਲਾਤ ਵਿੱਚ ਕੋਈ ਵੀ ਕੈਦੀ ਪਹੁੰਚ ਗਿਆ ਤਾਂ ਸਜ਼ਾ ਹੋਰ ਤੁਸੀਂ ਕਿਹੋ ਜਿਹੀ ਦੇਣੀ ਆ? ਇਹ ਤੇ ਤੁਸੀਂ ਫਾਂਸੀ ਨਾਲੋਂ ਵੀ ਵੱਧ ਸਜ਼ਾ ਕਿਸੇ ਨੂੰ ਦੇ ਰਹੇ ਆ, ਤਰਸਾਉਣ ਵਾਲੀ ਗੱਲ ਆ ਇਹ। ਇਸ ਦਾ ਸੁਪਰੀਮ ਕੋਰਟ ਨੇ ਬਹੁਤ ਚੰਗਾ ਕੀਤਾ, ਜਿੱਥੇ ਚੰਗਾ ਕੀਤਾ ਉੱਥੇ ਕਹਿਣਾ ਵੀ ਚਾਹੀਦਾ। ਬਹੁਤ ਚੰਗਾ ਕੀਤਾ ਕਿ ਉਹਨਾਂ ਨੇ ਫਟਕਾਰ ਲਾਈ ਆ ਨਟਰਾਜਨ ਜਿਹੜੇ ਉਹਨਾਂ ਦੇ ਜਿਹੜੇ ਵਕੀਲ ਸੀ, ਸਰਕਾਰੀ ਵਕੀਲ ਸੀ, ਵੀ ਸਾਲ ਹੋ ਗਿਆ ਤੁਸੀਂ 550ਵੇਂ ਪ੍ਰਕਾਸ਼ ਪੁਰਬ ਤੇ ਗੁਰੂ ਨਾਨਕ ਦੇਵ ਜੀ ਤੇ ਇਹਨਾਂ ਨੂੰ ਰਿਹਾ ਕਰਨਾ ਸੀ, ਤੁਹਾਡੀ ਅਜੇ ਕੋਈ ਕੇਸ ਦੀ ਤਿਆਰੀ ਨਹੀਂ। ਉਹਨਾਂ ਨੇ ਕਿਹਾ ਜੀ ਦੇਖੋ ਲੋਕਾਂ ਨੇ ਹੋਰ ਕੇਸ, ਉਹ ਕਹਿੰਦੇ ਕਿਹੜੇ ਕੇਸ, ਕੀ ਸਾਡਾ ਬੇਵਕੂਫ ਬਣਾਉਂਦੇ ਆ, ਕਿਹੜਾ ਕੇਸ ਹੈ? ਜਦ ਉਹਨਾਂ ਨੇ ਜਿਹੜਾ ਰਾਜੋਆਣਾ ਨੇ ਖੁਦ ਉਸ ਨੂੰ ਕੰਟੈਂਡ ਨਹੀਂ ਕੀਤਾ ਤੇ ਫਿਰ ਕਿਹੜੇ ਕੇਸਾਂ ਦੀ ਗੱਲ ਕਰਦੇ ਆ ਤੁਸੀਂ? ਕਿਹੜੇ ਹਨੇਰੇ 'ਚ ਨਾ ਦੇਸ਼ ਨੂੰ ਤੇ ਕੋਰਟ ਨੂੰ ਮਿਸਗਾਈਡ ਕਰਨ ਦੀ ਕੋਸ਼ਿਸ਼ ਨਾ ਕਰੋ, ਔਰ ਛੇਤੀ ਜਾ ਕੇ ਸਾਨੂੰ ਜਵਾਬ ਦਿਓ 2 ਹਫ਼ਤਿਆਂ ਦੇ ਅੰਦਰ ਅੰਦਰ ਕਿ ਉਹਨਾਂ ਦੀ ਇਹ ਜਿਹੜੀ ਰਾਸ਼ਟਰਪਤੀ ਨੂੰ ਐਪਲੀਕੇਸ਼ਨ ਭੇਜਣੀ ਆ ਕਿ ਫਾਂਸੀ ਦੀ ਸਜ਼ਾ ਤੋਂ ਉਮਰ ਕੈਦ ਦੇ ਵਿੱਚ ਕਨਵਰਟ ਕੀਤਾ ਜਾਏ, ਉਸ ਨੂੰ ਕਿਉਂ ਨਹੀਂ ਭੇਜਿਆ ਗਿਆ? ਇਸ ਦਾ ਸੋਲਿਡ ਪੁਖਤਾ ਜਵਾਬ, ਨਹੀਂ ਤੇ ਉਸ ਨੂੰ ਕਲੀਅਰ ਕਰੋ ਜੋ ਸੁਪਰੀਮ ਕੋਰਟ ਦੇ ਆਰਡਰ ਹੈਗੇ ਆ ਜਾਂ ਜੋ ਸੁਪਰੀਮ ਕੋਰਟ ਛੇਤੀ ਉਹਨੂੰ ਨਿਪਟਾਰਾ ਕਰਨਾ ਚਾਹੁੰਦੀ ਆ। ਤੇ ਇਸ ਗੱਲ ਤੋਂ ਸਾਫ਼ ਪਤਾ ਲੱਗਦਾ ਕਿ ਚਲੋ ਜੇ ਦੇਸ਼ ਦੇ ਅੰਦਰ ਨਿਆਂਪਾਲਿਕਾ ਜਿਹੜੀ ਆ ਥੋੜਾ ਬਹੁਤ ਜੇ ਕੋਈ ਭਰੋਸਾ ਬਣਿਆ ਆ ਤਾਂ ਇਹੋ ਜਿਹੇ ਚੰਗੇ ਫੈਸਲੇ ਜਿਹੜੇ ਕਿ ਕਾਨੂੰਨ ਢੰਗ ਦੇ ਨਾਲ ਹੁੰਦੇ ਆ, ਜੋ ਕਾਨੂੰਨ ਦੀ ਬਣਦੀ ਰਾਏ ਆ ਉਹਦੇ ਤੇ ਉਸ ਮੁਤਾਬਿਕ ਫੈਸਲੇ ਹੁੰਦੇ ਆ, ਤਾਂ ਇਹ ਚੰਗੀ ਗੱਲ ਆ। ਇਹਦੇ ਨਾਲ ਭਰੋਸਾ ਬਣਿਆ ਰਹਿੰਦਾ ਰਹੂ। ਜੀ ਪ੍ਰੋਫੈਸਰ ਸਾਹਿਬ, ਉਧਰ ਕਿਸਾਨਾਂ ਦੇ ਮਸਲੇ ਨੂੰ ਲੈ ਕੇ ਕੱਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਾਈਵ ਹੋ ਕੇ ਖਰੀਆਂ ਸੁਣਾਈਆਂ ਨੇ ਤੇ ਉਹਨਾਂ ਨੇ ਕਿਸਾਨਾਂ ਦੀ ਦੁਰਦਸ਼ਾ ਲਈ ਕੇਂਦਰ ਨੂੰ ਸਿੱਧੇ ਤੌਰ ਤੇ ਜ਼ਿੰਮੇਵਾਰ ਠਹਿਰਾਇਆ। ਇਸ ਦੇ ਨਾਲ ਹੀ ਉਹਨਾਂ ਨੇ ਸਿੱਧੇ ਤੌਰ ਤੇ ਕਿਹਾ ਕਿ ਉਹ ਕਿਸੇ ਈਡੀ ਜਾਂ ਏਜੰਸੀ ਤੋਂ ਨਹੀਂ ਡਰਦੇ ਨੇ। ਦੇਖੋ ਇਹ ਗੱਲ ਤੇ ਆਮ ਮੰਨੀ ਜਾਂਦੀ ਹੈ, ਇਹ ਸੱਚੀ ਗੱਲ ਆ ਕਿ ਸਾਡੇ ਜਿਹੜੇ ਕੁਝ ਸਰਕਲਾਂ ਦੇ ਵਿੱਚ ਵੀ ਇਸ ਕਿਸਮ ਦੀ ਆਮ ਚਰਚਾ ਹੁੰਦੀ ਰਹਿੰਦੀ ਹੈ ਕਿ ਦੇਖੋ ਜੇ ਕੈਪਟਨ ਅਮਰਿੰਦਰ ਸਿੰਘ ਸਿੱਧੀ ਟੱਕਰ ਨਹੀਂ ਲੈਂਦੇ ਤਾਂ ਇਹਨਾਂ ਨੂੰ ਡਰ ਰਹਿੰਦਾ ਈਡੀ ਦਾ, ਐਨਫੋਰਸਮੈਂਟ ਡਾਇਰੈਕਟੋਰੇਟ ਦਾ, ਪੂਰੇ ਪਰਿਵਾਰ ਦਾ, ਇਹਨਾਂ ਨੂੰ, ਇਹਨਾਂ ਦੀ ਪਤਨੀ ਨੂੰ, ਬੱਚਿਆਂ ਨੂੰ, ਪੋਤਿਆਂ ਪੋਤੀਆਂ ਨੂੰ। ਉੱਥੇ ਤੱਕ ਉਹਨਾਂ ਨੇ ਕੋਈ ਆਈਬੀ ਦਾ ਪਿੱਛੇ ਜੇ ਜਾਂ ਇਨਕਮ ਟੈਕਸ ਵਾਲਿਆਂ ਦਾ ਸ਼ਾਇਦ ਸੀਗਾ, ਕੁਛ ਇਹੋ ਜਿਹੇ ਜਿਹੜੇ ਸਰਕਾਰੀ ਨੁਕਤੇ ਨਿਗਾਹ ਦੇ ਹੁੰਦੇ ਆ ਤੇ ਉਹਦੇ ਤੇ ਦਬਾਅ ਪਾਉਣ ਦੀ ਕੋਸ਼ਿਸ਼ ਕਰਦੇ ਆ। ਤਾਂ ਮੈਨੂੰ ਲੱਗਦਾ ਕਿ ਪੋਲੀਟੀਕਲੀ ਜਦੋਂ ਇਹਨਾਂ ਦੇ ਨਾਲ ਕੈਪਟਨ ਸਾਹਿਬ ਦੇ ਨਾਲ ਇੰਜ ਹੋਇਆ ਆ, ਉਹਨਾਂ ਨੂੰ ਇਹਦਾ ਐਡਵਾਂਟੇਜ ਹੋਇਆ। ਉਹਨਾਂ ਨੂੰ ਇਹ ਲੱਗਾ ਕਿ ਦੇਖੋ ਇਹ ਚੰਗਾ ਹੀ ਕੰਮ ਕਰ ਰਹੇ ਹੋਣੇ ਆ, ਤਾਂ ਹੀ ਸਰਕਾਰ ਜਿਹੜੀ ਆ ਇਹਨਾਂ ਨੂੰ ਤੰਗ ਕਰ ਰਹੀ ਹੈ ਤੇ ਸਰਕਾਰ ਨੂੰ ਕੋਈ ਚੁੱਭਣ ਵਾਲੀ ਗੱਲ ਕਰਦੇ ਹੀ ਹੋਣਗੇ ਤਾਂ ਹੀ ਕੀਤਾ। ਇਸ ਕਰਕੇ ਮੇਰਾ ਖਿਆਲ ਹੈ ਕਿ ਇਸ ਵੇਲੇ ਜਿਹੜਾ ਹੈਗੇ ਸਾਡੇ ਕੈਪਟਨ ਅਮਰਿੰਦਰ ਸਿੰਘ ਮਹਾਰਾਜਾ ਜੀ ਔਰ ਜਿਹੜੇ ਸਾਡੇ ਚੀਫ ਮਿਨਿਸਟਰ ਸਾਹਿਬ ਪੰਜਾਬ ਦੇ ਹੈਗੇ, ਉਹਨਾਂ ਨੇ ਜੋ ਇਹ ਗੱਲ ਕਹੀ ਹੈ ਕਿ ਠੀਕ, ਮੈਨੂੰ ਤੇ ਥੋੜੀ ਉਸ ਗੱਲ ਦੇ ਵਿੱਚ ਦਮ ਲੱਗਦਾ ਕਿ ਇਹ ਮੌਕਾ ਨਹੀਂ ਕਿ ਆਪਾਂ ਨੈਰੋ ਮਾਇਓਪਿਕ ਢੰਗ ਦੇ ਨਾਲ ਅਸੀਂ ਸਾਰੀ ਰਾਜਨੀਤੀ ਨੂੰ ਦੇਖੀਏ। ਕਿਸਾਨਾਂ ਦਾ ਮੁੱਦੇ ਬਹੁਤ ਅਹਿਮ ਮੁੱਦੇ ਹੈਗੇ ਆ, ਇਹਦੇ ਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਇਕਜੁੱਟ ਹੋਣਾ ਚਾਹੀਦਾ। ਜਿਵੇਂ ਅਸੈਂਬਲੀ ਦੇ ਵਿੱਚ 3 ਕਾਨੂੰਨ ਰਿਜੈਕਟ ਕਰਨ ਲਈ ਸਾਰੀਆਂ ਦੀਆਂ ਸਾਰੀਆਂ ਪਾਰਟੀਆਂ ਬੀਜੇਪੀ ਨੂੰ ਛੱਡ ਕੇ ਇਕਮੁੱਠ ਸੀ ਤੇ ਗਵਰਨਰ ਤੱਕ ਪਹੁੰਚੀਆਂ ਸੀ। ਉਹ ਜਿਹੜੀ ਸਪਿਰਿਟ ਆ ਉਸੇ ਕਿਸਮ ਦਾ ਏਕਾ ਉਹ ਬਣਾਈ ਰੱਖਣਾ ਚਾਹੀਦਾ ਤੇ ਸਾਨੂੰ ਕਿਸੇ ਕਿਸਮ ਦੀ ਦੂਸ਼ਣਬਾਜ਼ੀ ਜਿਹੜੀ ਉਹਨੇ ਗਲਤ ਕਰਤਾ, ਇਹਨੇ ਠੀਕ ਕਰਤਾ, ਕੈਪਟਨ ਨੇ ਬਿਆਨ ਦਿੱਤਾ ਕਿ ਦੇਖੋ ਜੀ ਇਹ ਸਾਡੇ ਦੇਸ਼ ਦੇ ਵਿੱਚ ਰਾਜਨੀਤਿਕ ਸਥਿਰਤਾ ਹੋ ਸਕਦੀ ਆ, ਸਾਡੀ ਬਾਰਡਰ ਸਟੇਟ ਆ, ਇਹ ਕਿਉਂ ਕਿਹਾ? ਉਹਨਾਂ ਅੱਗੇ ਉਹ ਕਹਿ ਰਹੇ ਦੇਖੋ ਮੈਂ ਹੋਮ ਮਿਨਿਸਟਰ ਹਾਂ, ਮੇਰਾ ਰਿਪੋਰਟ ਦੇਣਾ ਫਰਜ਼ ਬਣਦਾ। ਮੈਂ ਤੇ ਬਾਰ-ਬਾਰ ਪਹਿਲਾਂ ਵੀ ਕਹਿ ਚੁੱਕਾ ਕਿ ਜੇ ਤੁਸੀਂ ਇਹਨਾਂ ਦੀ ਮੂਵਮੈਂਟ ਦੇ ਫੈਸਲੇ ਜਲਦੀ ਨਾ ਲਏ ਤੇ ਮੇਰੇ ਹੱਥੋਂ ਗੱਲ ਨਿਕਲ ਸਕਦੀ ਹੈ। ਇਹ ਗੱਲ ਉਹ ਬਾਰ-ਬਾਰ ਕਹਿੰਦੇ। ਇਸ ਕਰਕੇ ਮੇਰਾ ਖਿਆਲ ਹੈ ਕਿ ਕਿਸੇ ਹੱਦ ਤੱਕ ਕੈਪਟਨ ਸਾਹਿਬ ਜਿਹੜੀ ਇਹ ਗੱਲ ਕਹਿੰਦੇ ਆ ਉਹ ਠੀਕ ਆ, ਪਰ ਕੈਪਟਨ ਸਾਹਿਬ ਨੂੰ ਇਹ ਲਗਾਤਾਰ ਧਿਆਨ ਰੱਖਣਾ ਚਾਹੀਦਾ ਕਿ ਜੇ ਕਿਸਾਨਾਂ ਦੀ ਸ਼ਾਨ ਦੇ ਖਿਲਾਫ ਜਾਂ ਇਹੋ ਜਿਹਾ ਕੋਈ ਵੀ ਬਿਆਨ ਦੇ ਦਿੱਤਾ ਜਿਹਦੇ ਵਿੱਚ ਇਹਨਾਂ ਨੇ ਇਹ ਸੁਜੈਸਟ ਕੀਤਾ ਕਿ ਮੂਵਮੈਂਟ ਬੰਦ ਕਰ ਦਿਓ ਜਾਂ ਤੁਸੀਂ ਹੁਣ ਫੌਜਾਂ ਪਿੱਛੇ ਨੂੰ ਆ ਜਾਣ, ਇਹ ਸ਼ਾਂਤੀ ਨੂੰ ਖਤਰਾ,
ਉਹ ਇਹਨਾਂ ਲਈ ਬਿਲਕੁਲ ਜੀ, ਸਾਰੀ ਜਿਵੇਂ ਕਿ ਬਾਹਰਲੀ ਕੀਤੀ ਸ਼ਕਤੀਆਂ ਕਰਾਈ ਤੋਂ ਖਤਰੇ ਦਾ ਰਾਜਨੀਤਿਕ। ਉਹਨਾਂ ਨੇ ਜੋ ਖਦਸ਼ਾ ਪ੍ਰਗਟਾਇਆ ਸੀ, ਇਸ ਲਈ ਕਿਸਾਨਾਂ ਨੂੰ ਕਿਹਾ ਗਿਆ ਸੀ ਕਿ ਉਹ ਜਲਦੀ ਤੋਂ ਜਲਦੀ ਆਪਣੇ ਮਸਲੇ ਨੂੰ ਹੱਲ ਕਰਾਉਣ ਤੇ ਵਾਪਸ ਆਉਣ ਪੰਜਾਬ। ਹਾਂ, ਜਿਹੜੀ ਇਹੋ ਜਿਹੀ ਗੱਲ ਜੇ ਕੋਈ ਕੀਤੀ ਤਾਂ ਫਿਰ ਉਹਨਾਂ ਦਾ ਸਾਰੀ ਜਿਹੜੀ ਕੀਤੀ ਹੋਈ ਕਮਾਈ ਹੈ ਰੋਮਨ, ਉਹ ਖੂਹ ਖਾਤੇ 'ਚ ਪੈ ਜੂਗੀ। ਉਹਨਾਂ ਨੂੰ ਇਸ ਗੱਲ ਤੇ ਬਹੁਤ ਹੀ ਧਿਆਨ ਰੱਖਣਾ ਚਾਹੀਦਾ, ਕਿਉਂਕਿ ਵਿਰੋਧੀ ਪਾਰਟੀਆਂ ਕੁਦਰਤੀ ਹੈ ਇਸ ਗੱਲ ਨੂੰ। ਅੱਜ ਵੀ ਸੁਖਬੀਰ ਸਿੰਘ ਦਾ ਬਿਆਨ ਹੈਗਾ ਕਿ ਇਹ ਅਸਲ ਵਿੱਚ ਰਲ ਮਿਲ ਕੇ ਦਿੱਲੀ ਦੀ ਸਰਕਾਰ ਨਾਲ ਚੱਲਦੇ ਆ, ਹੋਮ ਮਿਨਿਸਟਰ ਦੇ ਨਾਲ ਪਤਾ ਨਹੀਂ ਕੀ ਉੱਥੇ ਜੱਫੀ ਪਾ ਕੇ ਆ ਗਿਆ ਤੇ ਇਹਨਾਂ ਨੂੰ ਹੁਣ ਗੰਗਾ ਨਹਾਉਣਾ ਚਾਹੀਦਾ, ਇਹੋ ਜਿਹਾ ਉਹਨਾਂ ਦਾ ਬਿਆਨ ਹੈਗਾ। ਮੇਰਾ ਖਿਆਲ ਹੈ ਕਿ ਕੋਈ ਅਜੇ ਤੱਕ ਇਹੋ ਜਿਹੀ ਵੱਡੇ ਪੱਧਰ ਤੇ ਰਲਣ ਮਿਲਣ ਵਾਲੀ ਗੱਲ ਨਹੀਂ ਲੱਗੀ। ਮਾੜੀ ਮੋਟਾ ਅੱਖ ਮਟੱਕਾ ਕਈ ਵਾਰੀ ਜਿਹੜਾ ਰਾਜਨੀਤਿਕ ਮਤ ਤੌਰ ਤੇ ਉਹ ਤੇ ਚੱਲ ਹੀ ਜਾਂਦਾ ਰਾਜਨੀਤਿਕ ਲੀਡਰਾਂ ਦਾ। ਆਫਟਰ ਆਲ ਰੂਲਿੰਗ ਕਲਾਸਿਸ ਹੈਗੀਆਂ, ਸਾਰੀਆਂ ਇੱਕ ਦੂਜੇ ਨਾਲ ਮਿਲ ਕੇ ਅੰਡਰਸਟੈਂਡਿੰਗ ਬਣਾ ਕੇ ਚੱਲਦੀਆਂ। ਤੇ ਪਰ ਆਬਵੀਅਸ ਜਿਹਨੂੰ ਕਹੋ ਕਿ ਸਿੱਧਾ ਜਿਵੇਂ ਜੇਜੇਪੀ ਹਰਿਆਣੇ ਦੇ ਵਿੱਚ ਕੁੱਛੜ ਚੜੀ ਹੋਈ ਹੈ ਖੱਟੜ ਦੇ ਜਾਂ ਬੀਜੇਪੀ ਦੇ, ਉਹੋ ਜਿਹਾ ਕੰਮ ਸਾਨੂੰ ਨਜ਼ਰ ਨਹੀਂ ਆਉਂਦਾ। ਸੋ ਫਾਰ ਸੋ ਗੁੱਡ। ਵੈਸੇ ਰਾਜਨੀਤਿਕ ਪਾਰਟੀਆਂ ਤਕਰੀਬਨ ਚੰਗਾ ਹੀ ਰੋਲ ਨਿਭਾ ਰਹੀਆਂ ਆ ਸਾਡੀ ਪੰਜਾਬ ਦੇ ਕਿਸਾਨਾਂ ਦੇ ਹੱਕ ਵਿੱਚ, ਪਰ ਉਹਨਾਂ ਨੂੰ ਹੋਰ ਇਹਨੂੰ ਬਿਹਤਰ ਕਰਨ ਦੀ ਲੋੜ ਹੈਗੀ ਹੈ ਰੋਮਨ। ਭਗਵੰਤ ਮਾਨ ਨੇ ਕਿਸਾਨਾਂ ਦਾ ਮਸਲਾ ਤੁਰੰਤ ਹੱਲ ਕਰਨ ਲਈ ਸੰਸਦ ਦਾ ਵਿਸ਼ੇਸ਼ ਇਜਲਾਸ ਬੁਲਾਉਣ ਦੀ ਮੰਗ ਕੀਤੀ ਹੈ ਤੇ ਨਾਲ ਹੀ ਉਹਨਾਂ ਕਿਹਾ ਕਿ ਕੈਪਟਨ ਤੇ ਬਾਦਲ ਡਰਾਮਾ ਕਰ ਰਹੇ ਨੇ। ਚਲੋ ਇਹੀ ਗੱਲ ਮੈਂ ਕਹਿਣਾ, ਇਹ ਗੱਲਾਂ ਬੰਦ ਕਰਨੀਆਂ ਚਾਹੀਦੀਆਂ ਹੈ। ਜਿਹੜੀ ਇਸ ਮੌਕੇ ਦੇ ਉੱਤੇ ਇੱਕ ਦੂਜੇ ਦੇ ਉੱਤੇ ਚਿੱਕੜ ਛਾਲੀ ਕਰਨੀ ਨਾ, ਤੁਸੀਂ ਇਹ ਕਹੋਗੇ ਜੋ ਉਹਨਾਂ ਨੇ ਪਹਿਲਾ ਹਿੱਸਾ ਬਿਆਨ ਦਾ ਉਹ ਜ਼ਿਆਦਾ ਵਧੀਆ ਹੈ ਕਿ ਤੁਸੀਂ ਸਪੈਸ਼ਲ ਸੰਸਦ ਦਾ ਸੈਸ਼ਨ ਤੁਰੰਤ ਸੱਦੋ ਔਰ ਉਹਦੇ ਵਿੱਚ ਇਹਨਾਂ ਨੂੰ ਰਿਜੈਕਟ ਕਰੋ ਔਰ ਜੋ ਵੀ ਬਣਦਾ ਆ ਮਿਨੀਮਮ ਸਪੋਰਟ ਪ੍ਰਾਈਸ ਦੇ ਹੱਕ ਦੇ ਵਿੱਚ ਤੁਸੀਂ ਇੱਕ ਇਹੋ ਜਿਹਾ ਕਾਨੂੰਨ ਬਣਾਓ ਕਿ ਇਹ ਜਿਵੇਂ ਸਾਡਾ ਰਾਈਟ ਟੂ ਲਿਵ ਜਿਹੜਾ ਆਰਟੀਕਲ 21 ਆ ਤੇ ਉਹਦਾ ਹੀ ਹਿੱਸਾ ਬਣਾ ਕੇ ਇਸ ਦੇ ਤਹਿਤ ਕਾਨੂੰਨ ਬਣਨਾ ਚਾਹੀਦਾ। ਜਿਵੇਂ ਸਾਡੀ ਮਿਨੀਮਮ ਵੇਜ ਦਾ ਹੱਕ ਹੁੰਦਾ ਹੈ, ਸਾਡੀ ਨਿਊਨਤਮ ਉਜਰਤ ਦਾ, ਉਸੇ ਤਰੀਕੇ ਨਾਲ ਕਿਸਾਨਾਂ ਦਾ MSP ਦਾ ਹੱਕ ਦੇ ਤੌਰ ਤੇ ਹੋਣਾ ਚਾਹੀਦਾ, ਤਾਂ ਕਿ ਸਮੁੱਚੇ ਦੇਸ਼ ਨੂੰ 6% ਕਿਸਾਨਾਂ ਨੂੰ ਫਾਇਦਾ ਨਾ ਹੋਵੇ, ਸਮੁੱਚੇ ਦੇਸ਼ ਨੂੰ ਉਹਦਾ ਫਾਇਦਾ ਹੋਏ। ਇਹ ਕਾਨੂੰਨ ਆਉਣਾ ਚਾਹੀਦਾ। ਮੈਨੂੰ ਲੱਗਦਾ ਇਹ ਚੰਗੀ ਗੱਲ ਹੈਗੀ, ਇਸ ਪਾਸੇ ਨੂੰ ਤੁਰਨਾ ਚਾਹੀਦਾ। ਪਰ ਜਿਹੜੀ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਵਾਲੀ ਗੱਲ, ਭਾਵੇਂ ਭਗਵੰਤ ਮਾਨ ਹੋਵੇ, ਭਾਵੇਂ ਬਾਦਲ ਜੀ ਹੋਣ, ਭਾਵੇਂ ਕੈਪਟਨ ਅਮਰਿੰਦਰ ਜਾਂ ਕੋਈ ਹੋਰ ਹੋਵੇ, ਇਹ ਹਾਲ ਦੀ ਘੜੀ ਸਾਨੂੰ ਇੱਕ ਦੂਜੇ ਦੇ ਵਿਰੁੱਧ ਕੋਈ ਬਿਆਨ ਦੇਣਾ ਜਿਹੜਾ ਉਹ ਬੰਦ ਕਰਨਾ ਚਾਹੀਦਾ, ਕਿਉਂਕਿ ਇਸ ਗੱਲ ਦਾ ਰਾਜਨੀਤਿਕ ਲਾਹਾ ਉਹਨਾਂ ਨੂੰ ਨਹੀਂ ਮਿਲਦਾ ਹਾਲ ਦੀ ਘੜੀ। ਕਿਉਂਕਿ ਲੋਕ ਚਾਹੁੰਦੇ ਆ ਕਿ ਤੁਸੀਂ ਕਿਸਾਨਾਂ ਦੀ ਕਿੰਨੀ ਮਦਦ ਕਰ ਸਕਦੇ ਹੋ ਉਹਦੇ ਹੱਕ 'ਚ ਬਿਆਨ ਦਿਓ, ਨਾ ਕਿ ਇੱਕ ਦੂਜੇ ਦੇ ਵਿਰੁੱਧ ਕੋਈ ਦੂਸ਼ਣਬਾਜ਼ੀ ਇਹੋ ਜਿਹੀ ਛੋਟੀ ਮੋਟੀਆਂ ਗੱਲਾਂ ਕਰੋ। ਜੀ ਪ੍ਰੋਫੈਸਰ ਸਾਹਿਬ, ਉਧਰ ਦੂਜੇ ਪਾਸੇ ਕਿਸਾਨਾਂ ਦੇ ਦਿੱਲੀ ਮੋਰਚੇ ਨੂੰ ਹਰ ਪਾਸਿਓਂ ਹਮਾਇਤ ਮਿਲ ਰਹੀ ਹੈ। ਉਧਰ ਸ਼੍ਰੋਮਣੀ ਕਮੇਟੀ ਨੇ ਦਿੱਲੀ ਮੋਰਚੇ ਵਿੱਚ ਮਾਰੇ ਗਏ ਮ੍ਰਿਤਕਾਂ ਦੇ ਪਰਿਵਾਰਾਂ ਨੂੰ 1-1 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਬਿਲਕੁਲ, ਮੇਰਾ ਖਿਆਲ ਹੈ ਦੇਖੋ, ਜੇ ਕਿਸਾਨ ਏਡੀ ਪੰਜਾਬ ਦੇ ਕਿਸਾਨ ਵੱਡੀ ਪੱਧਰ ਤੇ ਉੱਥੇ ਮੋਰਚਾਬੰਦੀ ਕਰੀ ਬੈਠੇ ਆ ਤੇ ਉਹਦੇ ਵਿੱਚ ਸਿੱਖ ਫਲਸਫੇ ਦਾ, ਸਿੱਖ ਮਾਰਗ ਦਾ, ਸਿੱਖ ਸੋਚ ਦਾ, ਸਿੱਖ ਜਿਹੜੀ ਸਾਨੂੰ ਸਾਡੇ ਗੁਰੂਆਂ ਸਾਹਿਬਾਨਾਂ ਨੇ ਦੱਸੀ ਆ, ਉਹਦਾ ਬਹੁਤ ਅਹਿਮ ਭੂਮਿਕਾ। ਨਹੀਂ ਤੇ ਕਿੱਥੇ ਹੋ ਸਕਦਾ ਕਿ ਜਿਹੜੇ ਬੰਦੇ ਉਹਨਾਂ ਨੂੰ ਡੰਡੇ ਮਾਰਨ, ਟੀਅਰ ਗੈਸ ਛੱਲ ਸੁੱਟਣ, ਹੋਰ ਹਰ ਕਿਸਮ ਦੀ ਤਕਲੀਫ ਦੇਣ ਪੁਲਿਸ ਵਾਲੇ, ਉਹਨਾਂ ਨੂੰ ਕੜਾਹ ਪ੍ਰਸਾਦ ਦਾ ਆਫਰ ਕਰਨ, ਉਹਨਾਂ ਨੂੰ ਹੋਰ ਚਾਹ ਪਾਣੀ ਦਾ ਪੁੱਛਣ, ਰੋਟੀ ਪਾਣੀ ਦਾ ਪੁੱਛਣ। ਮੈਂ ਖੁਦ ਵੀ ਪੁੱਛਿਆ ਜਾ ਕੇ, ਉਹ ਵਿਚਾਰੇ ਬੜੇ ਹੀ ਭੁੱਖੇ ਧਿਆਣੇ ਸਵੇਰ ਦੇ ਖੜੇ ਸੀ, ਸਾਡੇ ਲੰਗਰ ਚੱਲ ਰਹੇ ਸੀ। ਮੈਂ ਕਿਹਾ ਮੈਂ ਲੰਗਰ ਲਿਆ ਸਕਦਾ, ਉਹ ਵਿਚਾਰੇ ਮੁਸਕਰਾ ਕੇ ਰਹਿ ਗਏ। ਸਾਡੇ ਕਿਸੇ ਦੀ ਵੈਰ ਵਿਰੋਧ ਨਹੀਂ ਹੈ। ਤੇ ਇਹ ਜਿਹੜੀ ਸਪਿਰਿਟ ਇੱਥੋਂ ਹੀ ਮਿਲੀ ਆ, ਇਹ ਜਿਹੜੀ ਸਪਿਰਿਟ ਜਾਗੀ ਆ SGPC ਦੇ, ਉਹਨਾਂ ਨੇ ਇਹ ਇੰਨੀ ਨਹੀਂ ਗੱਲ ਕਹੀ। ਉਹਨਾਂ ਨੇ ਕਿਹਾ ਕਿ 7 ਤਰੀਕ ਨੂੰ ਅਸੀਂ 8 ਤੋਂ 9 ਵਜੇ ਸਾਰੇ ਗੁਰਦੁਆਰਿਆਂ ਦੇ ਵਿੱਚ ਸਿੱਖ ਸਮੁਦਾਇ ਜਿਹੜਾ ਅਰਦਾਸਾਂ ਕਰੂਗਾ ਇਹਨਾਂ ਦੀ ਕਾਮਯਾਬੀ ਲਈ, ਕਿਸਾਨਾਂ ਦੀ ਕਾਮਯਾਬੀ ਲਈ। ਔਰ ਕਿਉਂਕਿ ਬੀਬੀ ਜਗੀਰ ਕੌਰ ਹੁਣ ਪ੍ਰਧਾਨ ਹੈਗੇ ਆ ਨਵੇਂ, ਉਹਨਾਂ ਨੇ ਔਰਤਾਂ ਬਾਰੇ ਬਹੁਤ ਚੰਗਾ ਬਿਆਨ ਦਿੱਤਾ। ਉਹਨਾਂ ਨੇ ਕਿਹਾ ਕਿ SGPC ਉੱਥੇ ਲੇਡੀਜ਼ ਲਈ ਖਾਸ ਤੌਰ ਦੇ ਉੱਤੇ ਟਾਇਲਟ ਤੇ ਬਾਥਰੂਮ ਦੇ ਸਾਰੀ ਮਦਦ ਕਰਨਗੇ, ਜਿਹੜੀਆਂ ਮੋਬਾਈਲ ਟਾਇਲਟ ਹੁੰਦੀਆਂ, ਕਿਉਂਕਿ ਉਹਨਾਂ ਨੂੰ ਕਾਫੀ ਉੱਥੇ ਤਕਲੀਫ ਹੁੰਦੀ ਹੋਊਗੀ। ਇੱਕ ਔਰਤ ਹੀ ਆਪਣੀ ਭੈਣ ਬਾਰੇ ਜਾਂ ਧੀ ਬਾਰੇ ਇੰਜ ਸੋਚ ਸਕਦੀ ਹੈ। ਇਹ ਚੰਗਾ, ਮੈਨੂੰ ਸਾਰਾ ਓਵਰਆਲ ਜਿਹੜਾ ਇਹਨਾਂ ਹਾਲਾਤਾਂ 'ਚ ਬਹੁਤ ਚੰਗਾ ਬਿਆਨ ਆਇਆ ਆ। ਇਸੇ ਤਰੀਕੇ ਨਾਲ, ਇਸੇ ਹੀ ਸਪਿਰਿਟ ਦੇ ਵਿੱਚ ਜਿਹੜੇ ਬਿਆਨ ਆ ਸਾਡੀਆਂ ਪੋਲੀਟੀਕਲ ਪਾਰਟੀਆਂ ਦੇ ਆਉਣੇ ਚਾਹੀਦੇ ਆ। ਉਹਦਾ ਉਹਨਾਂ ਨੂੰ ਜ਼ਿਆਦਾ ਫਾਇਦਾ ਹੋਊਗਾ, ਬਸ਼ਰਤੇ ਕਿ ਇੱਕ ਦੂਜੇ ਦੀ ਪਾਰਟੀ ਦੇ ਉੱਤੇ ਦੂਸ਼ਣਬਾਜ਼ੀ ਜਾਂ ਲੱਤਾਂ ਖਿੱਚਣ ਦੇ ਉੱਤੇ ਰੋਮਨ। ਜੀ ਪ੍ਰੋਫੈਸਰ ਸਾਹਿਬ, ਖਬਰਾਂ ਦਾ ਸਿਲਸਿਲਾ ਅਸੀਂ ਅੱਗੇ ਤੋਰੀਏ ਤਾਂ ਖਾਪ ਪੰਚਾਇਤਾਂ ਰੋਕਣਗੀਆਂ ਜਜ਼ਬਾ ਵਿਧਾਇਕਾਂ ਦਾ ਰਾਹ। ਦੁਸ਼ਯੰਤ ਚੌਟਾਲਾ ਨੂੰ ਆਪਣਾ ਸਟੈਂਡ ਸਪਸ਼ਟ ਕਰਨ ਲਈ ਕਿਹਾ ਗਿਆ। ਦੇਖੋ, ਜਿਸ ਤਰ੍ਹਾਂ ਸਾਡੇ ਵਿੱਚ ਵੀ ਜਾਟ ਸਮੁਦਾਇ ਐਜ ਏ ਕਾਸਟ ਕਾਫੀ ਇੱਕ ਸਮਾਜਿਕ ਤੌਰ ਤੇ ਇੱਕ ਨੇੜਤਾ ਰਹਿੰਦੀ ਆ ਜਾਂ ਉਹਨਾਂ ਦਾ ਇਕੱਠ ਵੱਠ ਰਹਿੰਦਾ, ਭਾਵੇਂ ਉਸ ਰੂਪ 'ਚ ਨਹੀਂ ਹੈ ਜਿਸ ਕਿਸਮ ਦੀਆਂ ਖਾਪ ਪੰਚਾਇਤਾਂ ਦਾ ਉੱਥੇ ਇੱਕ ਇਹ ਰਵਾਇਤੀ ਉਹਨਾਂ ਦੇ
ਇਹ ਟ੍ਰਾਈਬਲ ਤੁਸੀਂ ਕਹਿ ਲਓ ਕਿ ਸੁਸਾਇਟੀਜ਼ ਹੈਗੀਆਂ, ਉਹਨਾਂ ਦੇ ਇਕੱਠ ਜਾਂ ਕਮਿਊਨਿਟੀਜ਼ ਹੈਗੀਆਂ, ਤੇ ਉਹਨਾਂ ਨੂੰ ਉਹ ਖਾਪ ਪੰਚਾਇਤ ਕਹਿੰਦੇ ਆ। ਉਹ ਜੱਟਾਂ ਦੀਆਂ ਆ, ਉਹ ਦੂਜੀਆਂ ਬਰਾਦਰੀਆਂ ਜਾਂ ਜਾਤਾਂ ਦੀਆਂ ਨਹੀਂ ਹੈਗੀਆਂ, ਜਾਟ ਬਰਾਦਰੀਆਂ ਦੀਆਂ ਖਾਪਾਂ ਹੈਗੀਆਂ। ਤੇ ਇਹ ਅਲੱਗ-ਅਲੱਗ ਕਲੈਨ ਨਾਂ ਦੇ ਉੱਤੇ ਹੈਗੀਆਂ, ਜਿਸ ਤਰ੍ਹਾਂ ਹੁੱਡਾ ਦੀ ਆਪਣੀ ਹੋਊਗੀ, ਹੋਰ ਸਵੈਚ ਦੀ ਹੋਊਗੀ, ਇਸ ਤਰੀਕੇ ਨਾਲ ਖਾਪਾਂ। ਉਹਨਾਂ ਖਾਪਾਂ ਨੇ ਫੈਸਲਾ ਕਰ ਲਿਆ, ਜਿਹੜੇ ਕਿਸਾਨ ਆ, ਕਿ ਇਹ ਬਾਜ ਆ ਜਾਣ। ਇੱਥੇ ਜਿਹੜੀ ਆ ਸਾਡੀ ਮਦਦ ਜਿਹੜੀ ਕਿਸਾਨਾਂ ਦੀ ਡਟ ਕੇ ਕਰਨੀ ਚਾਹੀਦੀ ਆ। ਹਰਿਆਣੇ ਦੇ ਕਿਸਾਨ ਟੈਂਕਰਾਂ ਦੇ ਟੈਂਕਰ ਦੁੱਧ ਭੇਜ ਰਹੇ ਆ, ਘਿਓ ਭੇਜ ਰਹੇ ਆ, ਹੋਰ ਜੋ ਵੀ ਚਾਹੀਦਾ ਹਰ ਕਿਸਮ ਦੀ ਸਹੂਲੀਅਤ ਉੱਥੇ ਮੋਰਚੇ ਦੇ ਉੱਤੇ ਕਰ ਰਿਹਾ। ਤੇ ਉਹਨਾਂ ਨੇ ਇਹਨਾਂ ਨੂੰ ਫਟਕਾਰ ਪਾਈ ਹੈ ਜੇਜੇਪੀ ਦੇ ਦਿਸ਼ਿਆਂ ਤੇ ਤਾਲੇ ਨੂੰ, ਕਿ ਤੂੰ ਕਿਸਾਨਾਂ ਦੀਆਂ ਵੋਟਾਂ ਲੈ ਕੇ ਉੱਥੇ ਬੈਠਾ ਕੁੱਛੜ ਜਿਹੜੇ ਤੈਨੂੰ ਉਦੋਂ ਹੀ ਜਿੱਦਣ ਪਹਿਲੇ ਦਿਨ ਮੋਰਚਾ ਤੋੜ ਦਿੱਤਾ ਸੀਗਾ, ਜਦੋਂ ਲੋਕ ਲੰਘ ਗਏ ਸੀ ਅੱਗੇ, ਤੇ ਉਦੋਂ ਹੀ ਤੁਹਾਨੂੰ ਗੁੱਸੇ 'ਚ ਆ ਕੇ ਰਿਜ਼ਾਈਨ ਕਰ ਦੇਣਾ ਚਾਹੀਦਾ ਸੀ। ਤੇ ਬਹੁਤ ਵੱਡੀ ਗਿਣਤੀ 'ਚ ਦੁਬਾਰਾ ਖੁਦ ਚੀਫ ਮਿਨਿਸਟਰ ਬਣ ਜਾਂਦੇ ਜੇਜੇਪੀ ਵਾਲੇ। ਹੁਣ ਉਹ ਜੇ ਡਿਪਟੀ ਚੀਫ ਮਿਨਿਸਟਰ ਆ, ਤੇ ਜਿਸ ਤਰ੍ਹਾਂ ਨਾਲ ਓਏ ਤੋਏ ਲੱਗਦੀ ਆ, ਮੇਰਾ ਖਿਆਲ ਜੇ ਅੰਡਰ ਪ੍ਰੈਸ਼ਰ ਉਹ ਬਾਹਰ ਆਉਣਗੇ ਵੀ ਉਹ ਫਾਇਦਾ ਨਹੀਂ ਉਹਨਾਂ ਨੂੰ ਹੋਣ ਵਾਲਾ। ਪਰ ਉਹਨਾਂ ਨੂੰ ਸੋਚਣਾ ਜ਼ਰੂਰ ਚਾਹੀਦਾ, ਅਜੇ ਵੀ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਅਸੀਂ ਨਵੀਂ ਪਾਰਟੀਆਂ, ਔਰ ਜੇ ਕਿਸਾਨਾਂ ਦੇ ਹੱਕ 'ਚ ਨਾ ਖੜੇ ਹੋਏ ਜੋ ਖਾਪ ਪੰਚਾਇਤਾਂ ਕਹਿ ਰਹੀਆਂ, ਤਾਂ ਇਹਦਾ ਰਾਜਨੀਤਿਕ ਨੁਕਸਾਨ ਬਹੁਤ ਵੱਡਾ ਉਹਨਾਂ ਨੂੰ ਆਉਣ ਵਾਲੀਆਂ ਚੋਣਾਂ 'ਚ ਜਾਂ ਕਦੇ ਵੀ ਹੋ ਸਕਦਾ। ਰੋਮ ਜੀ। ਸੋ ਪ੍ਰੋਫੈਸਰ ਸਾਹਿਬ, ਵੇਲਾ ਚੱਲਿਆ ਪ੍ਰੋਗਰਾਮ ਦੀ ਸਮਾਪਤੀ ਵੱਲ, ਤੇ ਵੇਲਾ ਚੱਲਿਆ ਤੁਹਾਡੇ ਤੋਂ ਵੀ ਇਜਾਜ਼ਤ ਲੈਣ ਦਾ। ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ, ਉਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਬਹੁਤ ਧੰਨਵਾਦ ਰੋਮਨ ਬਾਜਵਾ ਜੀ, ਤੁਹਾਡੀ ਟੀਮ ਦਾ, ਸਾਡੇ ਸਰੋਤਿਆਂ ਦਾ ਬਹੁਤ ਸ਼ੁਕਰੀਆ। ਦਰਸ਼ਕੋ, ਤੁਸੀਂ ਦੇਖ ਰਹੇ ਸੀ ਪ੍ਰੋਗਰਾਮ ਸਿੱਧੀ ਗੱਲ। ਕੱਲ ਫਿਰ ਹਾਜ਼ਰ ਹੋਵਾਂਗੇ, ਤਦ ਤੱਕ ਲਈ ਇਜਾਜ਼ਤ ਦਿਓ। ਧੰਨਵਾਦ।